जय भीम, जय भारत, जय संविधान। मैं हरविंदर सिंह प्रिंस, ਪ੍ਰੈਜ਼ੀਡੈਂਟ ਯੂਥ ਵਿੰਗ ਪੰਜਾਬ ਸਮਾਜਿਕ ਸੰਘਰਸ਼ ਪਾਰਟੀ ਤੇ ਅੱਜ ਬੜੇ ਹੀ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਦੇ ਲਈ ਤੁਹਾਡੇ ਨਾਲ ਰੂਬਰੂ ਹੋਇਆ ਹਾਂ। ਸਤਿਕਾਰਯੋਗ ਪੰਜਾਬੀਓ, ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਹੈ 178 ਲਾਅ ਅਫਸਰਾਂ ਦੀ ਪੋਸਟਾਂ ਦੇ ਉੱਤੇ ਰਿਜ਼ਰਵੇਸ਼ਨ ਸਿੱਧੇ ਤੌਰ ਤੇ ਖਤਮ ਕਰ ਦਿੱਤੀ ਗਈ। ਲੇਕਿਨ ਅੱਜ ਸਾਨੂੰ ਸਮਝਣਾ ਪਏਗਾ ਇਹ ਅਜੇ ਸਟਾਰਟਿੰਗ ਹੈ। ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਹੱਕਾਂ ਦੇ ਡਾਕਾ ਵੱਜਣਾ, ਉਹਨਾਂ ਨੇ ਇਹ ਵਿਸਲ ਵਜਾ ਦਿੱਤੀ ਹੈ ਕਿ ਸ਼ਡਿਊਲਡ ਕਾਸਟ ਦੇ ਲੋਕੋ, ਬੈਕਵਰਡ ਕਲਾਸ ਦੇ ਲੋਕੋ, ਕਿ ਤੁਸੀਂ ਪੜ੍ਹ ਲਿਖ ਲਿਆ, ਤੁਸੀਂ ਹੁਣ ਰਿਜ਼ਰਵੇਸ਼ਨ ਲੈ ਕੇ ਵੱਡੇ ਅਹੁਦਿਆਂ ਤੇ ਪਹੁੰਚ ਗਏ, ਗਾਂ ਤੋਂ ਤੁਸੀਂ ਵੱਡੇ ਅਹੁਦਿਆਂ ਤੇ ਨਹੀਂ ਜਾ ਸਕੋਗੇ। 178 ਲਾਅ ਅਫਸਰਾਂ ਦੀਆਂ ਪੋਸਟਾਂ ਨਿਕਲੀਆਂ ਔਰ ਇਹ ਪ੍ਰੋਵੀਜ਼ਨ ਹੈ ਕਿ ਰਿਜ਼ਰਵੇਸ਼ਨ ਸ਼ਡਿਊਲਡ ਕਾਸਟ ਔਰ ਬੈਕਵਰਡ ਕਲਾਸ ਦੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ, ਅੰਗਹੀਣਾਂ ਨੂੰ ਮਿਲਣੀ ਚਾਹੀਦੀ ਹੈ, ਹੈਂਡੀਕੈਪ ਨੂੰ ਮਿਲਣੀ ਚਾਹੀਦੀ ਹੈ। ਲੇਕਿਨ ਭਗਵੰਤ ਮਾਨ ਦੀ ਸਰਕਾਰ ਹਾਈ ਕੋਰਟ ਤੱਕ ਪਹੁੰਚ ਗਈ, ਪਰਚਾ ਲੈ ਕੇ ਹਾਈ ਕੋਰਟ ਤੱਕ ਪਹੁੰਚ ਗਈ ਕਿ ਇਹ ਜਿਹੜੇ ਸ਼ਡਿਊਲਡ ਕਾਸਟ, ਬੈਕਵਰਡ ਕਲਾਸ ਜਾਂ ਹੈਂਡੀਕੈਪ ਲੋਕ ਨੇ, ਇਹਨਾਂ ਦੇ ਲਈ ਕਾਰਜਕੁਸ਼ਲਤਾ ਇਹਨਾਂ ਦੇ ਵਿੱਚ ਨਹੀਂ ਹੈ, ਇਸ ਲਈ ਇਹ ਰਿਜ਼ਰਵੇਸ਼ਨ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਇਹਨਾਂ ਦੇ ਲੋਕ ਨੌਕਰੀਆਂ 'ਚ ਨਹੀਂ, ਵੱਡੇ ਅਹੁਦਿਆਂ ਤੇ ਨਹੀਂ ਪਹੁੰਚਣੇ ਚਾਹੀਦੇ। ਇੱਥੋਂ ਸਾਨੂੰ ਇਸ ਸਰਕਾਰ ਦੀ ਮਾਨਸਿਕਤਾ ਸਪਸ਼ਟ ਤੌਰ ਤੇ ਜਿਹੜੀ ਹੈ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਇਹ ਸ਼ਡਿਊਲਡ ਕਾਸਟ, ਬੈਕਵਰਡ ਕਲਾਸ ਦੇ ਲੋਕਾਂ ਦੇ, ਅੰਗਹੀਣ ਲੋਕਾਂ ਦੇ ਲਈ ਜਿਹੜਾ ਹੈ ਸਰਕਾਰ ਨੇ ਬਿਗਲ ਵਜਾ ਦਿੱਤਾ, ਸੀਟੀ ਵਜਾ ਦਿੱਤੀ ਹੈ ਕਿ ਤੁਹਾਡੇ ਹੱਕਾਂ ਤੇ ਅਸੀਂ ਡਾਕਾ ਮਾਰਨਾ ਹੈ। ਹੁਣ ਇੱਥੇ ਫਰਜ਼ ਸਾਡਾ ਬਣਦਾ ਹੈ, ਜਿਸ ਸੂਬੇ ਦੇ ਵਿੱਚ 35% ਸ਼ਡਿਊਲਡ ਕਾਸਟ ਦੀ ਆਬਾਦੀ ਹੋਵੇ, 42% ਤੋਂ ਵੀ ਜ਼ਿਆਦਾ ਬੈਕਵਰਡ ਕਲਾਸ ਲੋਕਾਂ ਦੀ ਆਬਾਦੀ ਹੋਵੇ, ਉਹਨਾਂ ਦੇ ਵਿੱਚੋਂ ਇੱਕ ਵੀ ਰਾਜ ਸਭਾ ਦਾ ਮੈਂਬਰ ਜਿਹੜਾ ਹੈ ਇਸ ਭਾਈਚਾਰੇ ਦੇ, ਇਸ ਕਮਿਊਨਿਟੀ ਦੇ ਵਿੱਚੋਂ ਨਹੀਂ ਲਿਆ ਗਿਆ। ਇੱਥੋਂ ਸਾਨੂੰ ਇਹ ਗੱਲ ਸਪਸ਼ਟ ਤੌਰ ਤੇ ਸਮਝ ਜਾਣੀ ਚਾਹੀਦੀ ਹੈ। ਪਰਿਵਰਤਨ ਦਾ, ਬਦਲਾਅ ਦਾ ਨਾਰਾ ਦੇ ਕੇ ਇਹ ਬਦਲਾਅ ਸਿਰਫ ਔਰ ਸਿਰਫ ਗੱਲਾਂ ਦੇ ਨਾਲ ਨਹੀਂ ਆਉਣਾ, ਬਦਲਾਅ ਤੁਹਾਡੀਆਂ ਨੀਤੀਆਂ ਦੇ ਵਿੱਚ ਹੋਣਾ ਚਾਹੀਦਾ, ਪਰਿਵਰਤਨ ਤੁਹਾਡੀਆਂ ਨੀਤੀਆਂ ਦੇ ਅੰਦਰ ਆਉਣਾ ਚਾਹੀਦਾ। ਜਿਸ ਸਾਡੇ ਲਈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਕਾਂਗਰਸ ਸਰਕਾਰ ਸੀ, ਅਕਾਲੀ ਦਲ ਦੀ ਸਰਕਾਰ ਸੀ, ਸਾਡੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਤੋਂ ਅਲੱਗ ਨਹੀਂ ਹੈ। ਜਿਨ੍ਹਾਂ ਨੇ ਸਾਡੇ ਹੱਕਾਂ ਤੇ ਅੱਜ ਤੱਕ ਡਾਕਾ ਮਾਰਿਆ ਔਰ ਅੱਜ ਵੀ ਮਾਰਨ ਦੀ ਉਹ ਪੂਰੇ ਤਤਪਰ ਨੇ ਔਰ ਉਹ ਤਿਆਰ ਨੇ। ਇਸ ਲਈ ਮੈਂ ਬੇਨਤੀ ਕਰਦਾ ਹਾਂ ਸਮੂਹ ਬਹੁਜਨ ਸਮਾਜ ਦੇ ਲੋਕਾਂ ਨੂੰ ਕਿ ਹੁਣ ਇਕੱਠੇ ਹੋਣ ਦਾ ਵੇਲਾ ਆ ਗਿਆ। ਜੇ ਅਸੀਂ ਇਕੱਠੇ ਨਹੀਂ ਹੋਏ ਤਾਂ ਅੱਜ ਤੁਹਾਡੇ 178 ਲਾਅ ਅਫਸਰਾਂ ਦੀਆਂ ਪੋਸਟਾਂ ਦੇ ਡਾਕਾ ਵੱਜਾ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਹਰ ਪੋਸਟ ਦੇ ਉੱਤੇ ਡਾਕਾ ਵੱਜਣਾ ਆ ਔਰ ਸਾਡੇ ਬੱਚਿਆਂ ਨੇ ਜਿਹੜਾ ਹੈ ਉਹ ਦਿਹਾੜੀ ਦੱਪਾ ਔਰ ਮਜ਼ਦੂਰੀ ਕਰਦੇ ਰਹਿ ਜਾਣਾ ਹੈ। ਔਰ ਫੈਸਲਾ ਤੁਸੀਂ ਕਰਨਾ ਹੈ, ਤੁਸੀਂ ਆਪਣੇ ਘਰਾਂ ਦੇ ਵਿੱਚ ਬਹਿਣਾ ਹੈ ਜਾਂ ਬੈਰੀ ਦੀਆਂ ਜੜ੍ਹਾਂ ਦੇ ਵਿੱਚ ਬਹਿਣਾ ਹੈ। ਜਿੰਨੀ ਦੇਰ ਤੱਕ ਅਸੀਂ ਇਸ ਨੂੰ ਨਹੀਂ ਸਮਝਦੇ ਕਿ ਬਾਬਾ ਸਾਹਿਬ ਅੰਬੇਡਕਰ ਨੇ ਇਸ ਰਿਜ਼ਰਵੇਸ਼ਨ ਨੂੰ, ਇਹ ਰਿਪਰੈਜ਼ੈਂਟੇਸ਼ਨ ਨੂੰ, ਨੌਕਰੀਆਂ ਦੇ ਵਿੱਚ ਜਾ ਕੇ ਜਿਹੜੀ ਸਾਨੂੰ ਪ੍ਰਤੀਨਿਧਤਾ ਕਰਨੀ ਹੈ, ਹਰ ਸਮਾਜ ਦੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ, ਉਸ ਸੰਵਿਧਾਨ ਦੀ, ਇੰਡੀਅਨ ਕੌਂਸਟੀਟਿਊਸ਼ਨ ਦੀ ਮੂਲ ਧਾਰਾ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਨੇ, ਮਾਨਯੋਗ ਮੁੱਖ ਮੰਤਰੀ ਦਿੱਲੀ, ਇਹ ਤਾਂ ਵੈਸੇ ਹੀ ਰਿਜ਼ਰਵੇਸ਼ਨ ਦੇ ਵਿਰੋਧੀ ਨੇ ਕਿ ਇਹ ਰਿਜ਼ਰਵੇਸ਼ਨ ਜਿਹੜੀ ਹੈ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਰਿਜ਼ਰਵੇਸ਼ਨ ਦਾ ਬੇਸਿਕਲੀ ਆਧਾਰ ਜਿਹੜਾ ਹੈ ਉਹ ਆਰਥਿਕ ਹੋਣਾ ਚਾਹੀਦਾ ਹੈ, ਉਹ ਸਮਾਜਿਕ ਆਧਾਰ ਨਹੀਂ ਹੋਣਾ ਚਾਹੀਦਾ। ਲੇਕਿਨ ਡਾਕਟਰ ਅੰਬੇਡਕਰ ਨੇ ਸਾਨੂੰ 1950 ਦੇ ਵਿੱਚ ਕੌਂਸਟੀਟਿਊਸ਼ਨ ਦੇ ਅੰਦਰ ਇਹ ਸਪਸ਼ਟ ਕਰ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਦੇ ਨਾਲ ਹਜ਼ਾਰਾਂ ਸਾਲਾਂ ਤੋਂ ਵਿਤਕਰਾ ਹੋਇਆ, ਹਜ਼ਾਰਾਂ ਸਾਲਾਂ ਤੋਂ ਉਹਨਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਿਆ, ਹਜ਼ਾਰਾਂ ਸਾਲਾਂ ਤੋਂ ਉਹਨਾਂ ਨੂੰ ਨੌਕਰੀਆਂ ਤੋਂ ਵਾਂਝੇ ਰੱਖਿਆ, ਹਜ਼ਾਰਾਂ ਸਾਲਾਂ ਤੋਂ ਉਹਨਾਂ ਨੂੰ ਹਰ ਉਹ ਕੰਮ ਜਿਨ੍ਹਾਂ ਦੇ ਨਾਲ ਉਹਦਾ ਤਰੱਕੀ ਹੋ ਸਕੇ ਉਹ ਤੋਂ ਵਾਂਝੇ ਰੱਖਿਆ, ਉਹਨਾਂ ਨੂੰ ਅੱਗੇ ਵਧਣ ਦੇ ਲਈ ਸਪੈਸ਼ਲ ਅਧਿਕਾਰ, ਰਾਈਟਸ ਮਿਲਣੇ ਚਾਹੀਦੇ ਆ, ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਮਿਲਣੀ ਚਾਹੀਦੀ ਹੈ। ਮੈਂ ਦੱਸਣਾ ਚਾਹੁੰਦਾ ਹਾਂ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਸਿਰਫ ਔਰ ਸਿਰਫ ਅਜੇ 100 ਸਾਲ ਹੋਏ ਆ ਸਾਡੀ ਕਮਿਊਨਿਟੀ, ਬਹੁਜਨ ਸਮਾਜ ਦੇ ਲੋਕਾਂ ਨੂੰ ਪੜ੍ਹਦੇ ਹੋਏ, ਉਹਨਾਂ ਨੂੰ ਜਿਹੜਾ ਹੈ ਇਹ ਰਿਜ਼ਰਵੇਸ਼ਨ ਦਾ ਅਧਿਕਾਰ ਲੈਂਦੇ ਹੋਏ, ਔਰ ਅਸੀਂ ਲੋਕ ਅੱਜ ਡਾਕਟਰ, ਇੰਜੀਨੀਅਰ, ਵਕੀਲ, ਜੱਜ ਬਣ ਗਏ। ਸਾਨੂੰ ਰੇਸ ਦੇ ਵਿੱਚ ਭੱਜਣ ਦਾ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਇਸ ਦੇਸ਼ ਦੀ ਤਰੱਕੀ ਜਿਹੜੀ ਹੈ ਉਹ ਉਸ ਬੁਲੰਦੀ ਦੇ ਇਸ ਦੇਸ਼ ਨੂੰ ਪਹੁੰਚਾ ਦੇਵਾਂਗੇ ਜਿੱਥੇ ਅੱਜ ਬਾਕੀ ਦੇਸ਼ ਪਹੁੰਚੇ ਹੋਏ ਨੇ। ਲੇਕਿਨ ਮੇਰੇ ਦੇਸ਼ ਦੇ ਕੁਝ ਖੁਦਗਰਜ਼ ਲੋਕ, ਮਨੂਵਾਦ ਦੇ ਸਿਸਟਮ ਨੂੰ ਕਾਇਮ ਰੱਖਣ ਵਾਲੇ ਲੋਕ ਇਹ ਚਾਹੁੰਦੇ ਨੇ ਕਿ ਇਹ ਜਿਹੜੇ ਲੋਕ ਨੇ ਸ਼ਡਿਊਲਡ ਕਾਸਟ, ਬੈਕਵਰਡ ਕਲਾਸ ਜਾਂ ਸ਼ੂਦਰ ਅਤੇ ਸ਼ੂਦਰ ਸਮਾਜ ਦੇ ਲੋਕ ਨੇ, ਇਹ ਲੋਕ ਸਾਡੇ ਥੱਲਿਓਂ ਨਿਕਲਣੇ ਨਹੀਂ ਚਾਹੀਦੇ। ਅੱਜ ਇਹਨਾਂ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਬਣ ਰਹੀਆਂ ਨੇ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਅਪੀਲ ਕਰਨੀ ਚਾਹੁੰਦਾ, ਬਹੁਜਨ ਸਮਾਜ ਦੇ ਲੋਕਾਂ ਨੂੰ, ਕਿ ਇਕੱਠੇ ਹੋ ਜਾਓ। ਜੇ ਅਸੀਂ ਅਲੱਗ-ਅਲੱਗ ਰਹੇ ਤਾਂ ਸਾਡਾ ਇਸੇ ਤਰ੍ਹਾਂ ਹੀ ਘਾਣ ਹੁੰਦਾ ਰਹਿਣਾ। ਤੁਸੀਂ ਆਪਣੇ ਬੱਚਿਆਂ ਨੂੰ 4 ਸਾਲ ਦੀ ਉਮਰ ਤੋਂ ਲੈ ਕੇ 25, 26, 30 ਸਾਲ ਦੀ ਉਮਰ ਤੱਕ ਪੜ੍ਹਾਉਂਦੇ 25-30 ਲੱਖ ਰੁਪਇਆ ਲਗਾ ਦਿੰਦੇ ਹੋ, ਲੇਕਿਨ ਉਸ ਤੋਂ ਬਾਅਦ ਨੌਕਰੀ ਦੀ ਆਸ ਜਿਹੜੀ ਆ ਨਹੀਂ ਹੈ। ਨੌਕਰੀ ਦੀ ਆਸ ਨਹੀਂ ਹੈ। ਅੱਜ ਨੌਕਰੀ ਲੈਣੀ ਹੈ, ਸਭ ਕੁਝ ਲੈਣਾ ਹੈ ਤਾਂ ਉਹਦੇ ਲਈ ਸਾਨੂੰ ਇਕੱਠੇ ਹੋਣਾ ਪਏਗਾ। ਸਰਕਾਰਾਂ ਨੂੰ ਇਹ ਦੱਸਣਾ ਪਏਗਾ ਕਿ
ਹੁਣ ਸਾਡੇ ਨਾਲ ਧੱਕਾ ਨਹੀਂ ਹੋ ਸਕਦਾ। ਹੁਣ ਅਸੀਂ ਇਕੱਠੇ ਹੋ ਗਏ ਹਾਂ, ਸਾਡੀ ਗਿਣਤੀ ਜ਼ਿਆਦਾ ਹੈ, ਸਾਡੀ ਤਾਕਤ ਜ਼ਿਆਦਾ ਹੈ, ਲੇਕਿਨ ਉਹ ਖਿੰਡਰੀ ਪਈ ਹੈ, ਉਹਨੂੰ ਇਕੱਠੇ ਕਰਨ ਦਾ ਵੇਲਾ ਆ ਗਿਆ। ਮੈਂ ਸਮਾਜਿਕ ਸੰਘਰਸ਼ ਪਾਰਟੀ ਦੇ ਮਾਧਿਅਮ ਤੋਂ ਪੂਰੇ ਬਹੁਜਨ ਸਮਾਜ ਦੇ ਲੋਕਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਆਓ ਬੈਠੋ, ਵਿਚਾਰ ਚਰਚਾ ਕਰੋ ਔਰ ਇਕੱਠੇ ਹੋ ਕੇ ਚੱਲੀਏ ਔਰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰੀਏ ਔਰ ਆਪਣੀ ਜਿੱਤ ਪ੍ਰਾਪਤ ਕਰੀਏ। ਇੰਨੀਆਂ ਹੀ ਗੱਲਾਂ ਦੇ ਨਾਲ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।